ਪੰਜਾਬ ਪੁਲਿਸ ਆਪਣੇ ਕਾਰਨਾਮਿਆਂ ਕਰਕੇ ਹਮੇਸ਼ਾ ਚਰਚਾ ਦੇ ਵਿੱਚ ਰਹਿੰਦੀ ਹੈ। ਅੱਜ ਮੋਹਾਲੀ ਦੇ ਵਿੱਚ ਨਾਭੇ ਤੋਂ ਇੱਕ ਪੀੜਤ ਪਰਿਵਾਰ ਪੁਲਿਸ ਦੀ ਵਧੀਕੀਆਂ ਤੋਂ ਜਿਹੜਾ ਹੈਗਾ ਉਹ ਸਾਹਮਣੇ ਆਇਆ ਹੈ। ਸਾਡੇ ਨਾਲ ਇੱਕ ਵਿਧਵਾ ਔਰਤ ਜਿਹੜੇ ਹੈਗੇ ਨੇ ਮੌਜੂਦ ਨੇ, ਜਿਹੜੇ ਕਿ ਠੱਗੀ ਦਾ ਸ਼ਿਕਾਰ ਨੇ ਤੇ ਪੁਲਿਸ ਦੇ ਕੋਲ ਜਿਹੜੀ ਹੈਗੀਆਂ ਅਨੇਕਾਂ ਦਰਖਾਸਤਾਂ ਦੇਣ ਦੇ ਬਾਵਜੂਦ, ਮੁਲਜ਼ਮਾਂ ਦੇ ਖਿਲਾਫ ਪਰਚਾ ਦਰਜ ਹੋਣ ਦੇ ਬਾਵਜੂਦ ਵੀ ਜਿਹੜਾ ਹੈਗਾ ਕੋਈ ਬਣਦੀ ਜਿਹੜੀ ਹੈਗੀ ਹੈ ਉਹ ਕਾਰਵਾਈ ਨਹੀਂ ਹੋ ਰਹੀ ਹੈ। ਪੀੜਤ ਪਰਿਵਾਰ ਸਾਡੇ ਨਾਲ ਮੌਜੂਦ ਹੈ, ਅਸੀਂ ਇਹਨਾਂ ਦਾ ਜਿਹੜਾ ਹੈਗਾ ਦੁੱਖੜਾ ਸੁਣਦੇ ਆ ਕੀ ਕਹਿੰਦੇ ਨੇ। ਮਾਤਾ ਜੀ ਕੀ ਨਾਂ ਤੁਹਾਡਾ? ਪਰਮਜੀਤ ਹੈ ਜੀ, ਪਿੰਡ ਤੁੰਗਾ। ਤੇ ਕੀ ਹੋਇਆ ਸੀਗਾ ਤੁਹਾਡੇ ਨਾਲ? ਸਾਡੇ ਨਾਲ ਇਹ 10 ਲੱਖ ਰੁਪਇਆ ਪਰਾਉਣਾ ਦੀ ਜੀ, ਗਮੰਡੀਆਂ ਦਾ ਵੀ ਮੈਂ ਕਢਾ ਲਿਆਉਣਾ। ਉਹਨਾਂ ਨੇ ਜੀ ਖਾਲੀ ਤੇ ਚੈੱਕ ਕਰਾ ਕੇ ਲੈ ਗਏ ਜੀ। ਕਿੰਨੇ ਲੱਖ ਦੀ ਠੱਗੀ ਵੱਜੀ ਤੁਹਾਡੇ ਨਾਲ? 10 ਲੱਖ ਦੀ ਜੀ। ਕੀ ਨਾਂ ਭਾਜੀ ਤੁਹਾਡਾ? ਸੁਖਦੇਵ ਸਿੰਘ ਆ ਸਰ। ਤੇ ਕੀ ਮਸਲਾ ਹੈ, ਤੁਸੀਂ ਦੱਸੋ ਸਾਰੇ ਮਾਮਲੇ ਦਾ। ਸਰ ਅਸੀਂ ਨੇ ਬੇਟੇ ਦੇ ਭਵਿੱਖ ਵਾਸਤੇ ਮੇਰੀ ਜੋ ਵੀ ਪ੍ਰਾਪਰਟੀ ਸਾਡੇ ਕੋਲ ਹੈਗੀ ਸੀ ਉਹ ਸਾਰੀ ਜ਼ਮੀਨ ਵੇਚ ਕੇ ਜੀ ਬੇਟੇ ਦੀ ਸਟੱਡੀ ਵਾਸਤੇ ਮੇਰੀ ਮਾਤਾ ਦੇ ਅਕਾਊਂਟ ਵਿੱਚ ਪੇਮੈਂਟ ਤੀ, ਕਿਉਂਕਿ ਜ਼ਮੀਨ ਇਹਨਾਂ ਨੇ ਸੇਲ ਕੀਤੀ ਸੀ, ਇਹਨਾਂ ਦੇ ਨਾਂ ਸੀਗੀ। ਇਹ ਦੋਸ਼ੀ ਸਾਰੇ ਇਹਦੋਂ ਮਾਂ ਤੋਂ ਝਾਂਸਾ ਦੇ ਕੇ, ਇਹਨੂੰ ਨਹੀਂ ਤੀ ਪਤਾ ਵੀ ਇਹਨਾਂ ਦੀ ਨੀਅਤ ਵਿੱਚ ਖੋਟ ਆ। ਸਰ ਇਹ ਤੋਂ 10,000 ਦੇ ਬਹਾਨੇ ਬੈਂਕ ਜਾ ਰਹੀ ਸੀ। ਇਹ ਕਹਿੰਦੇ ਸਾਡਾ ਵੀ ਉਸੇ ਬੈਂਕ 'ਚ ਅਕਾਊਂਟ ਆ, ਵੀ ਅਸੀਂ ਕਢਾ ਕੇ ਲਿਆ ਦਿੰਦੇ ਹਾਂ। ਸਰ ਇਹਨੇ ਖਾਲੀ ਚੈੱਕ ਤੇ ਸਾਈਨ ਕਰਕੇ ਦੇਤੇ। ਆਹ ਦੋਸ਼ੀਆਂ ਨੇ ਆਪਣੇ ਹੱਥ ਨਾਲ ਸਰ ਚੈੱਕ ਭਰਿਆ। ਮੈਂ ਦਿਖਾਉਣਾ ਚਾਹਣਾ 10,000 ਦੀ ਜਗ੍ਹਾ 10.5 ਲੱਖ ਰੁਪਈਆ ਕਢਾ ਗਏ ਸਰ। ਉਸ ਤੋਂ ਬਾਅਦ ਅਸੀਂ ਕਾਫੀ ਦਰਖਾਸਤਾਂ ਦੇਣ ਦੇ ਬਾਵਜੂਦ ਵੀ ਸਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਪਰਚਾ ਦਰਜ ਵੀ ਹੋ ਗਿਆ ਸਰ। ਡੀਐਸਪੀ ਨੇ ਸਰੇਆਮ, ਆਹ ਦੋਸ਼ੀ ਡੀਐਸਪੀ ਰਜੇਸ਼ ਸਿੱਬਰ ਨੇ ਸਰੇਆਮ 2.5 ਲੱਖ ਰੁਪਏ ਦੀ ਕਰਪਸ਼ਨ ਕਰਕੇ ਪਰਚਾ ਡਿਸਚਾਰਜ ਕਰਤਾ ਸਰ। ਉਸ ਤੋਂ ਬਾਅਦ ਅਸੀਂ ਡੀਜੀਪੀ, ਏਡੀਜੀਪੀ ਤੱਕ, ਮੁੱਖ ਸਕੱਤਰ ਗ੍ਰਹਿ ਤੱਕ ਅਸੀਂ ਸਰ 1.5 ਸਾਲ ਤੋਂ ਭਟਕ ਰਹੇ ਹਾਂ। ਕੋਈ ਇਹੋ ਜਿਹਾ ਸਰਕਾਰੀ ਅਦਾਰਾ ਕੋਈ ਨਹੀਂ ਛੱਡਿਆ ਹੈਗਾ ਜਿੱਥੇ ਅਸੀਂ ਨਾ ਇਨਸਾਫ ਲਈ ਸੀਐਮ ਸਾਹਿਬ ਨੂੰ ਈਮੇਲਾਂ ਤੇ ਡੀਐਸਪੀ ਸਾਹਿਬ ਨੂੰ, ਐਸਐਸਪੀ ਸਾਹਿਬ ਨੂੰ ਈਮੇਲਾਂ ਕਰ ਕਰਕੇ ਅਸੀਂ ਪੁਖਤਾ ਡਾਕੂਮੈਂਟਾਂ ਦੇ ਆਧਾਰ ਤੇ ਰਿਕਾਰਡਿੰਗਾਂ ਸਰ ਸਾਡੇ ਕੋਲ ਨੇ, ਗਵਾਹ ਪੁਖਤਾ ਸਾਡੇ ਕੋਲ ਨੇ। ਜਦੋਂ ਪਰਚਾ ਦਰਜ ਹੋਇਆ ਉਦੋਂ ਮੁਲਜ਼ਮਾਂ ਦੀ ਗ੍ਰਿਫਤਾਰੀ ਨਹੀਂ ਹੋਈ? ਸਰ ਇੱਕ ਮੁਲਜ਼ਮ ਦੀ ਗ੍ਰਿਫਤਾਰੀ ਹੋ ਕੇ ਅਰੈਸਟ ਵੀ ਪੈ ਚੁੱਕੀ ਸੀਗੀ ਸਰ। ਜੱਜ ਸਾਹਿਬ ਨੇ ਬੇਲਾਂ ਡਿਸਮਿਸ ਕੀਤੀਆਂ ਹੋਈਆਂ ਸਰ। ਉਸ ਤੋਂ ਬਾਅਦ ਡੀਐਸਪੀ ਨੇ ਪਰਚਾ ਡਿਸਚਾਰਜ ਕਰਤਾ ਸਰ। ਡੀਐਸਪੀ ਨੇ ਜਿਹੜਾ ਪਰਚਾ ਦਰਜ ਉਹ ਕੀਤਾ, ਰੱਦ ਕੀਤਾ ਹੈ, ਉਹ ਡਿਸਚਾਰਜ ਕੀਤਾ ਹੈ, ਉਹ ਕਿਸ ਬਣਾ ਦੇ ਉੱਤੇ ਕੀਤਾ ਸਰ? ਉਹ ਜੋ ਪਹਿਲਾਂ ਇਨਵੈਸਟੀਗੇਸ਼ਨ ਦੇ ਵਿੱਚ ਜਿਸ ਆਧਾਰ ਤੇ ਕੀਤਾ ਸਰ, 5 ਵਾਰੀ ਦੋਸ਼ੀ ਨੂੰ ਪ੍ਰਮਾਨਾ ਹੋਇਆ ਸਰ। ਦੋਸ਼ੀ ਇਨਵੈਸਟੀਗੇਸ਼ਨ 'ਚ ਸ਼ਾਮਲ ਹੋਇਆ। ਉਹਦੇ ਵਿੱਚ ਕੋਈ ਵੀ ਉਹ ਕਹਾਣੀ ਜਿਹੜੀ ਬਾਅਦ ਦੇ ਵਿੱਚ ਇੱਕ ਫਰਜ਼ੀ ਕਹਾਣੀ ਬਣਾ ਕੇ ਪਰਚਾ ਡਿਸਚਾਰਜ ਕੀਤਾ, ਇਨਵੈਸਟੀਗੇਸ਼ਨ 'ਚ ਪਹਿਲਾਂ ਜਦੋਂ ਪਰਚਾ ਦਰਜ ਹੋਇਆ ਸਰ, ਉਹ ਕੋਈ ਵੀ ਉਹਨੇ ਤੱਥ ਨਹੀਂ ਰੱਖਿਆ। ਬਾਅਦ ਦੇ ਵਿੱਚ ਇੱਕ ਫਰਜ਼ੀ ਝੂਠੀ ਕਹਾਣੀ ਬਣਾ ਕੇ ਉਲਟਾ ਕਹਿੰਦਾ ਮੈਂ ਇਹਨਾਂ ਤੋਂ 8 ਲੱਖ ਰੁਪਈਆ ਲੈਣਾ ਸੀ ਸਰ। ਨਾ ਸਾਡੇ ਕਿਤੇ ਕੋਈ ਸਾਈਨ ਆ, ਨਾ ਦਸਖਤ, ਨਾ ਕਿਤੇ ਗੂਠਾ ਸਾਨੂੰ ਸਾਡੇ ਦਿਖਾਏ ਜਾਣ ਸਰ। ਸਾਡੇ ਨਾਲ ਜੋ ਹੋਇਆ ਧੱਕਾ ਹੋਇਆ, ਸਾਨੂੰ ਇਨਸਾਫ ਮਿਲਣਾ ਚਾਹੀਦਾ। ਜਤਿੰਦਰਪਾਲ ਸਿੰਘ ਆ ਜੀ। ਅੱਛਾ ਜੀ, ਤੁਸੀਂ ਮੋਹਾਲੀ ਦੇ ਵਿੱਚ ਜਿਹੜਾ ਹੈਗਾ ਪੁਲਿਸ ਦੇ ਖਿਲਾਫ ਅਤੇ ਮੁਲਜ਼ਮਾਂ ਦੇ ਖਿਲਾਫ ਪ੍ਰੈਸ ਕਾਨਫਰੰਸ ਕੀਤੀ ਹੈਗੀ ਹੈ, ਕੀ ਹੈ ਸਾਰਾ ਮਸਲਾ? ਇਹ ਸਰ ਠੱਗੀ ਮਾਰੀ ਸੀ ਚਮਕੌਰ ਸਿੰਘ ਤੇ ਉਹਦੇ ਬੇਟੇ ਨੇ। ਸਾਲ ਤੋਂ ਉੱਪਰ ਹੋ ਗਿਆ। ਪਿੰਡ ਦੇ ਮੁਦਬਰ ਬੰਦੇ ਵੀ ਲਿਆ ਜਾ ਕੇ ਉੱਥੇ ਉਹਨਾਂ ਕੋਲ ਪੈਸੇ, ਕਹਿੰਦੇ ਵੀ ਤੁਸੀਂ ਠੱਗੀ ਮਾਰੀ, ਪੈਸੇ ਦੇ ਦੇ। ਉਹ ਬੰਦਾ ਗਾਲਾਂ ਕੱਢਦਾ ਰਿਹਾ, ਉਲਟਾ ਬੋਲਦਾ ਰਿਹਾ, ਧਮਕੀ ਦਿੰਦਾ ਰਿਹਾ, ਪੈਸੇ ਦੇਣ ਤੋਂ ਮੁੱਕਰ ਗਿਆ। ਉਸ ਤੋਂ ਬਾਅਦ ਪਰਚਾ ਦਰਜ ਵੀ ਹੋ ਗਿਆ ਸੀਗਾ। ਡੀਐਸਪੀ ਨਾਭਾ ਦੇ ਹਜੇ ਵੀ ਦਰਖਾਸਤ ਤੋਂ ਪੈਂਡਿੰਗ ਪਈ ਆ। ਡੀਐਸਪੀ ਨਾਭਾ ਇਹਦਾ ਯਾਰ ਆ, ਸ਼ੁਰੂ ਤੋਂ ਪੈਸੇ ਖਵਾਉਂਦਾ ਚਮਕੌਰ ਇਹਨੂੰ। ਇਹਨੇ ਕੋਈ ਉਹ ਦਰਖਾਸਤ ਤੇ ਕਾਰਵਾਈ ਨਹੀਂ ਕੀਤੀ, ਕਿਉਂਕਿ ਸਾਨੂੰ ਸਰਕਲ ਡੀਐਸਪੀ ਪੈਂਦਾ ਸੀ। ਸਭ ਤੋਂ ਪਹਿਲਾਂ ਦਰਖਾਸਤ ਡੀਐਸਪੀ ਨਾਭਾ ਦਿੱਤੀ ਸੀ। ਉਸ ਤੋਂ ਬਾਅਦ ਜਦ ਇਹਨੇ ਸੁਣਵਾਈ ਨਾ ਕੀਤੀ ਤਾਂ ਐਸਐਸਪੀ ਸਾਹਿਬ ਦੇ ਜਾ ਕੇ ਇਹ ਪੇਸ਼ ਹੋਏ ਤਾਂ ਉਹਨਾਂ ਨੇ ਫਿਰ ਈਓ ਵਿੰਗ ਰਾਹੀਂ, ਇਕਨੋਮੀ ਵਿੰਗ ਰਾਹੀਂ ਇਨਕੁਆਇਰੀ ਕਰਾ ਕੇ ਡੀਐਸਪੀ ਡੀ ਰਾਹੀਂ, ਡੀਡੀ ਲੀਗਲ ਰਾਹੀਂ, ਉਸ ਰਾਹੀਂ ਪਰਚਾ ਦਰਜ ਹੋਇਆ। 18 ਦਿਨ ਹੋ ਗਏ ਤੇ ਦੋਸ਼ੀ ਅਰੈਸਟ ਨਹੀਂ ਦੀ ਪਈ। ਪਰਚਾ ਦਰਜ ਹੋਣ ਤੋਂ ਬਾਅਦ ਹਾਂਜੀ ਹਾਂ ਐਸਐਸਪੀ ਸਾਹਿਬ ਕੋਲੇ ਆ ਕੇ ਜਦ ਪੇਸ਼ ਹੋਏ, ਅਸੀਂ ਵੀ ਦੋਸ਼ੀ ਨੂੰ ਡੀਐਸਪੀ ਨਾਭਾ ਅਰੈਸਟ ਨਹੀਂ ਕਰ ਰਿਹਾ ਜੀ। ਫਿਰ ਝਿੜਕਣ ਤੇ ਐਸਐਸਪੀ ਸਾਹਿਬ ਦੇ ਫਿਰ ਇੱਕ ਦੋਸ਼ੀ ਅਰੈਸਟ ਪਈ। 30 ਮਾਰਚ ਨੂੰ ਅਰੈਸਟ ਪੈਂਦੀ ਹੈ ਜੀ। 2 ਤਰੀਕ ਨੂੰ ਐਸਐਸਪੀ ਸਾਹਿਬ ਟਰਾਂਸਫਰ ਹੋ ਜਾਂਦੇ ਨੇ। ਦੇਖੋ ਗਰਗ ਸਾਹਿਬ ਆਉਂਦੇ ਨੇ, ਉਹਨਾਂ ਦੀ ਨੌਲੇਜ ਨਹੀਂ ਮੈਟਰ। ਇਹ 5 ਜਨਵਰੀ ਨੂੰ ਡੀਐਸਪੀ ਨਾਭਾ ਡਿਸਮਿਸ ਕਰਦਾ ਪਰਚੇ ਨੂੰ। ਉਹ ਤੋਂ ਜਿਹੜੇ ਤੱਥਾਂ ਦੇ ਆਧਾਰ ਤੇ ਡਿਸਮਿਸ ਕਰਦਾ, ਉਹੀ ਤੱਥਾਂ ਦੇ ਆਧਾਰ ਤੇ ਜਿਹੜੀ ਜੁਡੀਸ਼ੀਅਲ ਕੋਰਟ ਦੇ ਸੀਨੀਅਰ ਜੱਜ ਨੇ ਮਹਿਮਾ ਭੁਲੇਰ ਜੀ, ਉਹੀ 8 ਲੱਖ ਜਿਹੜੀ ਫਰਜ਼ੀ ਕਹਾਣੀ ਬਣਾ ਰਹੇ ਨੇ, ਅਸੀਂ 8 ਲੱਖ ਲੈਣਾ ਸੀਗਾ। ਤਾਂ ਜੱਜ ਸਾਹਿਬ ਕਹਿੰਦੇ ਤੁਸੀਂ 8 ਲੱਖ ਰੁਪਈਆ ਬਾਈ ਅਕਾਊਂਟ ਕੋਈ ਲਿਖਤ ਪੜ੍ਹਤ ਬਿਆਨਾ ਐਗਰੀਮੈਂਟ, ਕਹਿੰਦੇ ਨਹੀਂ ਜੀ ਨਗਦ ਲਏ ਸੀਗੇ ਇਹਨਾਂ ਨੇ। ਜੱਜ ਸਾਹਿਬ ਨੇ ਉਹੀ ਤੱਥਾਂ ਦੇ ਆਧਾਰ ਤੇ ਬੇਲ ਡਿਸਮਿਸ ਕੀਤੀ, ਉਹੀ ਤੱਥਾਂ ਦੇ ਆਧਾਰ ਤੇ ਡੀਐਸਪੀ ਨਾਭਾ ਪਰਚਾ ਡਿਸਮਿਸ ਕਰ ਰਿਹਾ। ਹੁਣ ਜਾਂ ਤਾਂ ਫਿਰ ਜੱਜ ਨੂੰ ਨਹੀਂ ਪਤਾ ਜੀ,
ਜੱਜ ਨੂੰ ਟਰਾਲੀ ਪਾ ਕੇ ਸਮਾਨ ਘਰ ਨੂੰ ਜਾਣਾ ਚਾਹੀਦਾ ਵੀ ਆ ਤੁਹਾਡੇ ਹੁਕਮ ਨੂੰ ਡੀਐਸਪੀ ਨਾਭਾ ਤਾਂ ਰੱਦ ਕਰ ਰਿਹਾ। ਇੱਕ ਪੀਸੀਐਸ ਹੋ ਕੇ ਆਮ ਡੀਐਸਪੀ ਹੋ ਕੇ ਸਰਕਲ ਦਾ, ਉਹ ਦੇਖੋ ਜੱਜ ਸਾਹਿਬ ਕਿੱਡੇ ਜਿਨ੍ਹਾਂ ਦੇ ਹੁਕਮ ਆ। ਜਦੋਂ ਡੀਐਸਪੀ ਨੇ ਜਿਹੜਾ ਹੈਗਾ ਤੁਹਾਡੀ ਐਫਆਈਆਰ ਕੋਲੈਸ਼ ਕੀਤੀ ਹੈ, ਰੱਦ ਕੀਤੀ ਹੈਗੀ, ਖਾਰਜ ਕੀਤੀ ਹੈ, ਤੇ ਉਸ ਤੋਂ ਬਾਅਦ ਤੁਸੀਂ ਉਹਨੂੰ ਕੋਈ ਚੁਣੌਤੀ ਨਹੀਂ ਦਿੱਤੀ ਉਹਨੂੰ? ਉਸ ਤੋਂ ਬਾਅਦ ਅਸੀਂ ਐਸਐਸਪੀ ਸਾਹਿਬ ਦੇ ਪੇਸ਼ ਹੋ ਕੇ ਗਰਗ ਸਾਹਿਬ ਦੇ, ਉਹਨਾਂ ਨੇ ਜਿਹੜੀ ਇਨਕੁਆਇਰੀ ਐਸਪੀਡੀ ਨੂੰ ਲਾਈ। ਇਹ ਜਿਹੜੀ ਪੁਲਿਸ ਅਫਸਰ ਨੇ ਨਾ ਜੀ, ਇਹ ਪੁਲਿਸ ਦਾ ਬਚਾਓ ਕਰਦੇ ਨੇ। ਐਸਪੀਡੀ ਵੀ ਡੀਐਸਪੀ ਦਾ ਬਚਾਓ ਕਰ ਰਿਹਾ। ਹੁਣ ਪੈਸੇ ਡੀਐਸਪੀ ਨਾਭਾ ਲੈ ਗਿਆ, ਉਹ ਗਾਹਾਂ ਡੀਐਸਪੀ ਨਾਭੇ ਦੀ ਉੱਥੇ ਰੋਜ਼ ਜਾਂਦਾ, ਉਹਨਾਂ ਨੂੰ ਪੈਸੇ ਦੇਤੇ। ਇਹ ਤਾਂ ਇੱਕ ਦੂਜੇ ਨੂੰ ਬਚਾ ਰਹੇ ਨੇ। ਸਾਡੇ ਕੋਲ ਰਿਕਾਰਡਿੰਗਾਂ ਨੇ, ਗਵਾਹ ਨੇ, ਤੱਥਾਂ ਦੇ ਆਧਾਰ ਤੇ ਅਸੀਂ ਗੱਲ ਕਰ ਰਹੇ ਹਾਂ। ਇਹ ਦੋਏ ਐਸਪੀਡੀ ਤੇ ਡੀਐਸਪੀ ਨਾਭਾ ਦਾ ਕੋਰਟ ਮਾਰਸ਼ਲ ਹੋ ਕੇ ਇਹਨਾਂ ਨੂੰ ਘਰ ਨੂੰ ਬਿਠਾਉਣਾ ਚਾਹੀਦਾ। ਸੀਐਮ ਮਾਨ ਸਾਹਿਬ ਕਹਿੰਦੇ ਅਸੀਂ ਕਰਪਸ਼ਨ ਖਤਮ ਕਰਤੀ, ਪੁਲਿਸ ਦਾ ਕਰਪਸ਼ਨ ਕਰਕੇ ਗਰੀਬਾਂ ਨਾਲ ਠੱਗੀਆਂ ਮਰਵਾ ਰਹੀ ਆ। ਪੁਖਤਾ ਸਬੂਤ ਨੇ ਸਾਡੇ ਕੋਲੇ, ਜੋ ਮਰਜ਼ੀ ਆਈਪੀਐਸ ਸੀਨੀਅਰ ਆਈਪੀਐਸ ਅਧਿਕਾਰੀ ਇਨਵੈਸਟੀਗੇਸ਼ਨ ਕਰ ਲਏਗਾ। ਹੁਣ ਜਿਹੜੇ ਮਾਨਯੋਗ ਐਸਐਸਪੀ ਸਾਹਿਬ ਦੀਪਕ ਪਰੀਕ ਜੀ ਆਏ ਨੇ, ਉਹਨਾਂ ਕੋਲ ਅਸੀਂ ਇਹ ਮੈਟਰ ਦੱਸਿਆ ਤਾਂ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਵੀ ਸਾਨੂੰ ਭਰੋਸਾ ਦਿਵਾਇਆ ਅਜੇ, ਕਹਿੰਦੇ ਮੈਂ ਮਿਸਲ ਮੰਗਾ ਕੇ ਆਪ ਚੈੱਕ ਕਰਦਾ। ਫਿਰ ਆਈਜੀ ਨੇ ਜਿਹੜੇ ਸਾਡੀ ਰੇਂਜ ਦੇ ਮੁਖਮਿੰਦਰ ਸਿੰਘ ਚੀਨਾ ਸਾਹਿਬ, ਉਹਨਾਂ ਨੂੰ ਜਦ ਕਿਹਾ ਵੀ ਡੀਐਸਪੀ ਨਾਭਾ ਨੇ ਪਰਚਾ ਇਹ ਇੰਨੇ ਦਿਨਾਂ 'ਚ ਡਿਸਮਿਸ ਕਰਤਾ ਜੀ। ਕਹਿੰਦੇ ਯਾਰ ਡਿਸਮਿਸ ਕਰਤਾ ਤੀ? ਅਸੀਂ ਕਿਹਾ ਜੀ ਹਾਂ। ਕਹਿੰਦੇ ਚਲੋ ਮੈਂ ਬੁਲਾ ਕੇ ਮੰਗਾ ਕੇ ਮਿਸਲ ਚੈੱਕ ਕਰਦਾ। ਹੁਣ ਦੇਖੋ ਉਹਨਾਂ ਤੇ ਭਰੋਸਾ, ਜੇ ਉਹਨਾਂ ਨੇ ਵੀ ਇਹਨਾਂ ਦਾ ਕਰਪਟ ਅਫਸਰਾਂ ਦਾ ਸਾਥ ਦੇਣਾ ਚਾਹਿਆ ਤਾਂ ਅਸੀਂ ਫਿਰ ਤਾਂ ਭਰਾਤਰੀ ਜਥੇਬੰਦੀਆਂ ਦਾ ਸਾਥ ਲੈ ਕੇ, ਚਾਹੇ ਕਿਸਾਨ ਜਥੇਬੰਦੀਆਂ ਨੇ, ਚਾਹੇ ਕੋਈ ਸਾਡੇ ਨੌਜਵਾਨ ਦੇ ਜਿਵੇਂ ਆਪਣੇ ਲੱਖਾ ਸਧਾਣਾ ਨੇ, ਭਾਨਾ ਸਿੱਧੂ ਨੇ, ਜਾਂ ਹੋਰ ਵੀ ਸੁਖਪਾਲ ਸਿੰਘ ਖਾਰਾ ਨੇ, ਇਹਨਾਂ ਦਾ ਸਾਥ ਲੈ ਕੇ ਜਾਂ ਤਾਂ ਇਹਨਾਂ ਦੇ ਪਿੰਡ ਸੀਐਮ ਸਾਹਿਬ ਦੇ ਸੰਘਰਸ਼ ਕਰਾਂਗੇ, ਜਾਂ ਫਿਰ ਆਪਣੇ ਗਵਰਨਰ ਸਾਹਿਬ ਦੇ ਗੇਟ ਦੇ ਅੱਗੇ। ਕਿਉਂ ਆਹੀ ਰਾਜ ਇੱਕ ਪਾਸੇ ਮਾਨ ਸਰਕਾਰ ਆ ਜਿਹੜੀ ਕਹਿ ਰਹੀ ਆ ਵੀ ਅਸੀਂ ਕਰਪਸ਼ਨ ਖਤਮ ਕਰਤੀ, ਇਮਾਨਦਾਰੀ ਆ, ਕੋਈ ਕਰਪਸ਼ਨ ਨਹੀਂ ਹੋ ਰਹੀ। ਨੰਬਰ ਇਹਨਾਂ ਨੇ ਇਸ਼ੂ ਕੀਤਾ, ਪਰ ਨੰਬਰ ਇਸ਼ੂ ਨੂੰ ਕੀ ਕਰੀਏ, ਤੁਹਾਨੂੰ ਪੁਖਤਾ ਸਬੂਤ ਦੇ ਰਿਹਾ। 2 ਅਫਸਰਾਂ ਨੂੰ ਕਰੋ ਡਿਸਮਿਸ, ਜੇ ਦੋਨਾਂ ਨੂੰ ਡਿਸਮਿਸ ਕਰੋਗੇ ਤਾਂ ਪੂਰੇ ਪੰਜਾਬ ਦੇ ਵਿੱਚ ਕਰਪਸ਼ਨ ਨਹੀਂ ਕਰ ਸਕਦੀ ਪੁਲਿਸ, ਜੇ 2 ਨੂੰ ਕੰਨ ਹੋਗੇ। ਇਸ ਕਰਕੇ ਮਾਨ ਸਾਹਿਬ ਇਹਨਾਂ ਨੂੰ ਨਾ ਬਚਾਓ, ਤੁਹਾਡੇ ਕੋਲ ਗ੍ਰਹਿ ਮੰਤਰਾਲਾ ਹੈ, ਇਹਨਾਂ ਦੀ ਪੁਖਤਾ ਤੱਥਾਂ ਤੇ ਸਬੂਤਾਂ ਦੇ ਆਧਾਰ ਤੇ ਅਸੀਂ ਗੱਲ ਕਰ ਰਹੇ ਹਾਂ। ਪੂਰੀ ਲੋਕਾਂ ਦੀ ਕਚਹਿਰੀ 'ਚ ਇਹਨਾਂ ਨੂੰ ਨੰਗਾ ਕਰੋ, ਨੰਗਾ ਕਰਕੇ ਇਹਨਾਂ ਨੂੰ ਡਿਸਮਿਸ ਕਰਕੇ ਘਰ ਨੂੰ ਭਜਾਓ, ਚੰਗੇ ਕਾਬਲ ਅਫਸਰ ਲਾਓ, ਫਿਰ ਲੋਕ ਪੁਲਿਸ ਦਾ ਸਤਿਕਾਰ ਕਰਨਗੇ, ਪੰਜਾਬ ਦੇ ਵਿੱਚ ਕ੍ਰਾਈਮ ਖਤਮ ਹੋਊਗਾ। ਇਹਨਾਂ ਕਹਿੰਦੇ ਜੀ ਮੈਂ ਖਿਮਾ ਦਾ ਜਾਚ